स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार तरलोचन सिंह, साबका मैंबर पार्लीमेंट और साबका चेयरमैन घट गिणती कमिशन। सरदार साहब जी आया। सत श्री अकाल। थैंक यू जी। सत श्री अकाल। सरदार साहब के फिक्रां ने मैनू भी चिंता च पाता कि की असीं जाणे अणजाणे दे विच पंजाबों बाहर वसदियां लई कोई मुसीबत तां नहीं खड़ी कर दिंदे। पंजाब तो बाहर वसदे लोग किहदे वल देखण जदों वो मुसीबत चाहुंदे ने और उस मुसीबत दे विच असीं ही उन्हां नूं पाया हुंदा कि असीं पंजाब नूं लगातार जाम करके सरकारी बिजनेस नूं रोक के और खास तौर ते इंडस्ट्री दे बूहे बंद करके किवें जीवांगे। अंदोलनां तो बाद जदों सुखावें दिन आउणगे उदों तक पंजाब बहुत मुश्किल दौर चों लंघ रिहा होएगा तो साडे कोल हल की होणगे। सवाल ये भी है कि जेकर कोई साडे लई खड़ा हुंदा ਤੇ ਅਸੀਂ ਉਹਨੂੰ ਪਾਰਟੀਆਂ ਤੇ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਸਨਮਾਨ ਦਈਏ, ਇਹ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ। ਲਖੀਮਪੁਰ ਦੇ ਵਿੱਚ ਜੋ ਵਾਪਰਦਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਕਿਸਾਨੀ ਮਾਮਲਿਆਂ ਦੀ ਔਰ ਸਿੱਖਾਂ ਦੀ ਮਦਦ ਕਰਨ ਲਈ ਔਲਦੀਆਂ ਕਿ ਉਹਨਾਂ ਦਾ ਸਨਮਾਨ ਕਰਕੇ ਅਸੀਂ ਵੱਡੇ ਨਾ ਹੁੰਦੇ। ਮੈਨੂੰ ਇਹ ਸਰਦਾਰ ਸਾਹਿਬ ਦੇ ਸਵਾਲਾਂ ਨੇ ਜਿਹੜੇ ਸਾਡੀ ਗੈਰ ਰਸਮੀ ਗੱਲਬਾਤ ਦੇ ਵਿੱਚ ਸਾਹਮਣੇ ਆਏ, ਮੈਨੂੰ ਇਹ ਪ੍ਰੋਗਰਾਮ ਇਹ ਸੈਗਮੈਂਟ ਕਰਨ ਲਈ ਮਜਬੂਰ ਕਰਤਾ। ਸਰਦਾਰ ਸਾਹਿਬ, ਜਦੋਂ ਤੁਹਾਡਾ ਇਹ ਫਿਕਰ ਕਿ ਅਸੀਂ ਆਪਣੇ ਸੂਬੇ ਤੋਂ ਬਾਹਰ ਵੀ ਬਹੁਤ ਗਿਣਤੀ 'ਚ ਵੱਸਦੇ ਹਾਂ ਤੇ ਉਸੇ ਉੱਥੇ ਵੱਸਦਿਆਂ ਦੀਆਂ ਸਮੱਸਿਆਵਾਂ ਵੀ ਆਪਣੀਆਂ ਨੇ, ਅਸੀਂ ਉਹਨਾਂ ਦੇ ਨਾਲ ਖੜਨ ਦੀ ਬਜਾਏ ਕਿਤੇ ਉਹਨਾਂ ਲਈ ਅਚੇਤ ਹੀ ਸਮੱਸਿਆਵਾਂ ਖੜੀਆਂ ਤਾਂ ਨਹੀਂ ਕਰ ਰਹੇ। ਮੈਂ ਤੁਹਾਡਾ ਸੰਦਰਭ ਜਾਣਨਾ ਚਾਹੂੰਗਾ। ਦੇਖੋ ਰੰਧਾਵਾ ਸਾਹਿਬ, ਇਹ ਜੋ ਪੁਆਇੰਟ ਤੁਸੀਂ ਔਰ ਮੈਂ ਡਿਸਕਸ ਕੀਤਾ ਤੇ ਰੇਜ਼ ਕਰ ਰਹੇ ਹੋ, ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ। ਮੇਰੀ ਇੱਕ ਮਜਬੂਰੀ ਹੈ, ਮੈਂ ਮਾਫ ਕਰਿਓ, ਸਾਰਿਆਂ ਤੋਂ ਮਾਫੀ ਮੰਗਦਾ। ਮੇਰਾ ਜੋ ਐਕਸਪੀਰੀਅੰਸ ਹੈ ਔਰ ਜੋ ਮੇਰੀ ਉਮਰ ਹੈ, ਮੈਂ ਜੋ ਗੱਲ ਸੋਚਦਾ ਪੰਜਾਬੀਆਂ ਲਈ ਔਰ ਸਿੱਖਾਂ ਲਈ, ਮੈਂ ਉਹ ਕਹੇ ਬਿਨਾਂ ਰਹਿ ਨਹੀਂ ਸਕਦਾ। ਮੈਂ ਹਮੇਸ਼ਾ ਇਹ ਚਾਹੁੰਦਾ ਕਿ ਜੋ ਗੱਲ ਆਈ ਉਹ ਲੋਕਾਂ ਦੇ ਸਾਹਮਣੇ ਜਾਵੇ, ਉਹ ਡਿਸਕਸ ਹੋਵੇ ਔਰ ਡਿਸਕਸ਼ਨ ਹਮੇਸ਼ਾ ਅਲਾਉਡ ਹੋਣੀ ਚਾਹੀਦੀ ਹੈ। ਸਾਡੇ ਤਾਂ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਗੋਸ਼ਟ ਕਹਿ ਗਏ ਵੀ ਗੱਲਬਾਤ ਕਰੋ, ਗੱਲਬਾਤ ਕਰੋ, ਲੇਕਿਨ ਸਾਡੀ ਇੱਕ ਐਸੀ ਡਰ ਦੀ ਸਥਿਤੀ 'ਚ ਅਸੀਂ ਪੈ ਚੁੱਕੇ ਹਾਂ ਕਿ ਸੋਚਦੇ ਜਿਹੜੇ ਵਿਦਵਾਨ ਹਨ ਜਾਂ ਇੰਟੈਲੀਜੈਂਸ ਆ, ਉਹ ਸੋਚ ਕੇ ਗੱਲ ਕਹਿਣ ਨੂੰ ਤਿਆਰ ਨਹੀਂ ਹੁੰਦੇ। ਮੈਂ ਜਿਹੜਾ ਤੁਹਾਡਾ ਸਵਾਲ ਮੈਂ ਤੁਹਾਨੂੰ ਹੀ ਕਰਨਾ ਚਾਹੁੰਦਾ ਕਿ ਜੋ ਹੁਣ ਯੂਪੀ ਵਿੱਚ ਜੋ ਵਾਪਰਿਆ, ਕਿਵੇਂ ਵਿਚਾਰੇ ਨਿਰਦੋਸ਼ੇ 4-5 ਸਿੱਖ ਕਾਰ ਦੇ ਹੇਠਾਂ ਲੈ ਕੇ ਮਾਰੇ ਗਏ ਔਰ ਇਹਦੀ ਅੱਜ ਸਾਰੀ ਦੁਨੀਆ 'ਚ ਚਰਚਾ। ਇਹ ਇਕੱਲੀ ਸਾਡੇ ਪੰਜਾਬ ਲਈ ਨਹੀਂ, ਸਾਰੀ ਦੁਨੀਆ 'ਚ ਹੋਇਆ ਕਿ ਇਹਨਾਂ ਲੋਕਾਂ ਨਾਲ ਕੀ ਜ਼ੁਲਮ ਹੈ। ਲੇਕਿਨ ਮੈਂ ਇਸ ਇਸ਼ੂ ਨੂੰ ਇਸ ਕਰਕੇ ਕਿ ਮੈਂ ਮਿਨਾਰਟੀ ਕਮਿਸ਼ਨ 'ਚ ਰਹਿ ਕੇ ਸਿੱਖ ਇਸ਼ੂ ਮੈਂ ਸਾਰੇ ਵੇਖਦਾ ਰਿਹਾ। ਰੰਧਾਵਾ ਜੀ, ਸਭ ਤੋਂ ਵੱਡਾ ਇਸ਼ੂ ਸਿੱਖਾਂ ਲਈ, ਖਾਸ ਕਰਕੇ ਉਹ ਸਿੱਖ ਕਲਟੀਵੇਟਰ ਜ਼ਿਮੀਂਦਾਰ ਜਿਹੜੇ 1950 ਤੋਂ ਬਾਅਦ ਜਿਨ੍ਹਾਂ ਨੂੰ ਭਾਰਤ ਸਰਕਾਰ ਆਪ ਇਸ ਲਈ ਲੈ ਗਈ ਸੀ ਕਿ ਦੇਸ਼ ਭੁੱਖਾ ਨਾ ਮਰੇ, ਦੇਸ਼ ਵਿੱਚ ਅਨਾਜ ਦੀ ਕਮੀ ਹੈ ਤਾਂ ਜਿਹੜੀਆਂ ਬੰਜਰ ਇਲਾਕੇ ਨੇ ਉਹ ਵਸਾਏ ਜਾਣ। ਰੰਧਾਵਾ ਜੀ, ਪੰਡਤ ਪੰਤਵਾਲ ਚੀਫ ਮਿਨਿਸਟਰ ਯੂਪੀ, ਉਹ ਆਪ ਸਿੱਖਾਂ ਨੂੰ ਪੰਜਾਬ 'ਚੋਂ ਲੈ ਕੇ ਗਿਆ ਵੀ ਤਰਾਈ ਦੇ ਜੰਗਲ ਹਨ, ਇਹ ਜੰਗਲਾਂ ਸ਼ੇਰ ਚੀਤੇ ਫਿਰਦੇ ਨੇ, ਇਹਨਾਂ ਨੂੰ ਆਬਾਦ ਕਰੋ, ਇੱਥੇ ਖੇਤੀ ਕਰੋ। ਸਾਰੇ ਪੰਜਾਬ ਦੇ ਜ਼ਿਮੀਂਦਾਰ ਡਿਫਰੈਂਟ ਜ਼ਿਲ੍ਹਿਆਂ 'ਚੋਂ ਖਾਸ ਕਰਕੇ ਪਾਕਿਸਤਾਨੋਂ ਆਏ, ਉੱਥੇ ਪਹੁੰਚ ਗਏ। ਅੱਜ ਉਹੀ ਇਲਾਕਾ ਕੁਝ ਚਲਾ ਗਿਆ ਊਧਮ ਸਿੰਘ ਨਗਰ ਉੱਤਰਾਖੰਡ, ਬਾਕੀ ਯੂਪੀ 'ਚ। ਸੋ ਇਹ ਜਿਹੜੇ ਸਰਦਾਰ ਉੱਥੇ ਗਏ, ਇਹਨਾਂ ਨੇ ਕਿਸ ਮੁਸ਼ਕਿਲ ਨਾਲ ਇਹ ਜ਼ਮੀਨਾਂ ਵਸਾਈਆਂ। ਲੇਕਿਨ ਮੈਂ ਇਹ ਕੇਸ ਡੀਲ ਕੀਤਾ ਕਿ ਜਿੰਨੇ ਉੱਥੇ ਵਸੇ ਸਕਸੈਸਿਵ ਗਵਰਨਮੈਂਟ ਉਸ ਤੋਂ ਬਾਅਦ ਔਰ ਉਸ ਇਲਾਕੇ ਦੇ ਲੋਕ ਇਹਨਾਂ ਨੂੰ ਕੱਢਣ ਨੂੰ ਫਿਰਦੇ। ਪੀਪਲ ਆਰ ਜੈਲਸ ਕਿ ਇੰਨੀ ਪ੍ਰੋਸਪੈਰਿਟੀ ਇਹਨਾਂ 'ਚ ਕਿਉਂ ਆ ਗਈ ਔਰ ਇਸ ਪ੍ਰੋਸਪੈਰਿਟੀ ਦੇ ਨਾਲ ਪਲੱਸ ਹਰ ਇੱਕ ਨੂੰ ਇਹ ਕਿ ਜ਼ਮੀਨ ਹੁਣ ਬੜੀ ਵਧੀਆ ਹੋ ਗਈ ਹੈ, ਅਸੀਂ ਇਸ 'ਤੇ ਕਬਜ਼ਾ ਕਰੀਏ। ਇਸ ਕਰਕੇ ਇਹ ਐਡਾ ਵੱਡਾ ਸੰਘਰਸ਼ ਚੱਲ ਰਿਹਾ ਯੂਪੀ। ਇਹ ਜਿਹੜਾ ਵਿਰਕ ਸਾਹਿਬ ਉਹਦੇ ਮੈਨੂੰ ਬੜੀ ਵਾਰੀ ਮਿਲੇ, ਇਹ ਪ੍ਰਧਾਨ ਹਨ ਸਿੱਖ ਜ਼ਮੀਂਦਾਰ ਸੰਘਰਸ਼ ਕਮੇਟੀ ਦੇ, ਕਿ ਗਵਰਨਮੈਂਟ ਨੇ ਲੀਜ਼ ਕੈਂਸਲ ਕੀਤੇ। ਫਿਰ ਕਹਿੰਦੇ ਜੀ ਇਹ ਫਾਰੈਸਟ ਲੈਂਡ ਹੈ, ਇਹ ਫਾਰੈਸਟ ਲੈਂਡ ਨੂੰ ਖਾਲੀ ਕਰੋ। ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਕਿ ਜਿਹੜੇ ਪੁਰਾਣੇ ਫਾਰੈਸਟ ਹਨ ਉਹ ਵੀ ਹੁਣ ਡਿਕਲੇਅਰ ਕਰਕੇ ਲੋਕਾਂ ਨੂੰ ਖਾਲੀ ਕਰਾਓ। ਸੋ ਇਹ ਸਾਡੇ ਜਿਹੜੇ ਸਰਦਾਰ ਵਸਦੇ ਨੇ ਜ਼ਿਮੀਂਦਾਰ, ਉਹਨਾਂ ਲਈ ਇਹ ਬਹੁਤ ਵੱਡਾ ਸੰਘਰਸ਼ ਚੱਲ ਰਿਹਾ, ਬਹੁਤ ਵੱਡਾ ਚੱਲ ਰਿਹਾ। ਕੱਲਾ ਯੂਪੀ 'ਚ ਨਹੀਂ, ਗੁਜਰਾਤ 'ਚ ਚੱਲਿਆ। ਯਾਦ ਹੋਣਾ ਤੁਹਾਨੂੰ ਕਿ ਜਿਹੜੀ ਇਲੈਕਸ਼ਨ ਪਹਿਲਾਂ ਹੋਈ 12 'ਚ, ਉਦੋਂ ਕਿੰਨਾ ਰੌਲਾ ਪੈ ਗਿਆ ਸੀ ਕਿ ਜੀ ਗੁਜਰਾਤ 'ਚੋਂ ਗੁਜਰਾਤੀ ਸਰਦਾਰ ਪੰਜਾਬ ਆਏ, ਬੜੀਆਂ ਹੋਇਆ ਜੀ ਗੁਜਰਾਤ 'ਚੋਂ ਕੱਢੇ ਜਾ ਰਹੇ। ਗੁਜਰਾਤ ਵੀ ਸਿੱਖ ਉਦਾਂ ਗਏ। ਉਸ ਤੋਂ ਬਾਅਦ
ਤੁਸੀਂ ਆਪ ਇਹ ਪ੍ਰੋਗਰਾਮ ਕੀਤਾ ਮੇਰੇ ਨਾਲ ਔਰ ਚੀਕੇ ਨਾਲ ਕੀਤਾ ਸੀ ਕਿ ਹਰਿਆਣੇ 'ਚ 12,000 ਸਿੱਖ ਪੱਟੇਦਾਰ ਕਹਿੰਦੇ ਹਨ, ਸਾਰੇ ਸਰਦਾਰ ਫੈਮਲੀਆਂ ਵਾਲੇ, ਜਿਨ੍ਹਾਂ ਨੂੰ ਇਹ ਪਿਹੋਵੇ ਔਰ ਚੀਕੇ ਦੇ ਇਸ ਇਲਾਕੇ 'ਚ ਵਸਾਇਆ ਗਿਆ ਸੀ, ਉਹਨਾਂ ਦਾ ਪੱਟਾ ਖਤਮ ਹੋ ਗਿਆ, ਲੀਜ਼ ਖਤਮ ਹੋ ਗਿਆ। ਤੇ ਚੌਟਾਲਾ ਸਾਹਿਬ ਮੁੱਖ ਮੰਤਰੀ, ਮੈਂ ਵੀ ਉਹਨਾਂ ਦੇ ਨਾਲ, ਬਾਦਲ ਸਾਹਿਬ ਵੀ ਨਾਲ, ਲੇਕਿਨ ਚੌਟਾਲੇ ਨੇ ਨਾ ਕਰਤੀ ਕਿ ਮੈਂ ਇਹਨਾਂ ਦਾ ਕੋਈ ਮਦਦ ਨਹੀਂ ਕਰਦਾ, ਦੇ ਹੈਵ ਟੂ evacuate। ਉਸ ਤੋਂ ਬਾਅਦ ਕੀ ਹੋਇਆ, ਮੈਂ ਸ਼ੁਕਰਗੁਜ਼ਾਰ ਹਾਂ ਹੁੱਡੇ ਦਾ, ਇਹ ਚੀਫ ਮਿਨਿਸਟਰ ਸੀ, ਮੈਂ ਐਜੀਟੇਸ਼ਨ ਲੜੀ, ਉਸ ਤੋਂ ਬਾਅਦ ਅਸੈਂਬਲੀ ਨੇ ਪਾਸ ਹੋਇਆ, ਇਹਨਾਂ ਨੂੰ ਦੁਬਾਰਾ ਨਵੇਂ ਸਾਲ ਦੀ ਲੀਜ਼ ਮਿਲ ਗਈ। ਪਰ ਹੁੱਡਾ ਹਟ ਗਿਆ, ਖੱਟਰ ਸਾਹਿਬ ਆ ਗਏ। ਤੇ ਹੁਣ ਮੈਂ ਖੱਟਰ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਖੱਟਰ ਨੇ ਉਹਨਾਂ ਦੀ ਹੁਣ ਮਦਦ ਕਰਕੇ ਜਿਹੜਾ ਉਹਨਾਂ ਦੀ ਇੱਕ ਕਲਾਸ ਰਹਿੰਦੀ ਸੀ ਉਹ ਠੀਕ ਕਰਵਾਈ। ਸੋ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜਾ ਇਹ ਕਿਸਾਨਾਂ ਦਾ ਇਸ਼ੂ ਹੈ ਯੂਪੀ ਦਾ ਔਰ ਉੱਤਰਾਖੰਡ ਦਾ, ਇਹ ਬੜਾ ਲਾਈਵ ਇਸ਼ੂ ਹੈ, ਬਹੁਤ ਲਾਈਵ ਇਸ਼ੂ ਹੈ। ਅਸੀਂ ਇਹਨੂੰ ਇਗਨੋਰ ਕਰਦੇ ਹਾਂ। ਇਹ ਠੀਕ ਹੈ, ਕਿਸਾਨ ਐਜੀਟੇਸ਼ਨ ਵਿੱਚ ਉਹ ਸਾਰੇ ਫਾਰਮਰ ਹਿੱਸਾ ਲੈ ਰਹੇ, ਬਹੁਤ ਹਿੱਸਾ ਲਿਆ। ਆਫਟਰ ਆਲ ਤੁਸੀਂ ਸੋਚੋ, ਯੂਪੀ ਬਹੁਤ ਵੱਡਾ ਹੈ, ਜਿਹਦੀਆਂ 480 ਅਸੈਂਬਲੀ ਸੀਟਾਂ, ਸਾਡੀਆਂ ਦਾ ਉੱਥੇ ਸਿੱਖਾਂ ਦੀਆਂ ਦਾ ਸੀਟ ਹੀ ਸਾਰੀ, ਇੱਕ MLA ਵੀ ਇਲੈਕਟ ਨਹੀਂ ਹੁੰਦਾ। ਉੱਤਰਾਖੰਡ 'ਚ ਕੋਈ ਇਲੈਕਟ ਹੁੰਦੇ ਆ, ਲੇਕਿਨ ਉਹ ਇਲਾਕੇ ਦੇ, ਲੇਕਿਨ ਸਿੱਖ ਬੜਾ ਪਾਵਰਫੁਲ ਇਨ ਦੀ ਸੈਂਸ ਕਿ ਆਪਣੇ ਹੋਰ ਲੋਕਾਂ ਨੂੰ ਨਾਲ ਲੈ ਕੇ ਹੀ ਕੈਨ ਬੀ ਵੈਰੀ ਇਫੈਕਟਿਵ ਇਨ ਸਮ ਕੰਸਟੀਚੁਐਂਸੀ। ਲੇਕਿਨ ਜੋ ਹੁਣ ਵਾਪਰਿਆ ਉੱਥੇ ਹੋਇਆ ਕਿ ਮਿਨਿਸਟਰ ਦਾ ਜਹਾਜ਼ ਗਿਆ, ਨਹੀਂ ਉਤਰਿਆ, ਇਹ ਐਜੀਟੇਸ਼ਨ ਸ਼ੁਰੂ ਹੋ ਗਈ ਤੇ ਸਾਡੇ ਬਦੋਸ਼ੇ ਮਾਰੇ ਗਏ। ਲੇਕਿਨ ਮੇਰਾ ਪਬਲਿਕ ਰਿਲੇਸ਼ਨ ਮੇਰਾ ਇੱਕ ਪ੍ਰੋਫੈਸ਼ਨ ਰਿਹਾ। ਮੈਂ ਹਿੰਦੁਸਤਾਨ ਦੀਆਂ PR ਐਕਟੀਵਿਟੀਜ਼ ਦਾ ਆਪਣੇ ਆਪ ਨੂੰ, ਔਰ ਲੋਕ ਵੀ ਮੰਨਦੇ ਆ, ਮੈਂ ਜ਼ਿਆਦਾ ਨੌਲੇਜ ਹੈ, ਮੈਨੂੰ ਪਤਾ ਹੈ। ਔਰ ਮੈਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ ਤੋਂ ਲੈ ਕੇ ਰਾਸ਼ਟਰਪਤੀ ਦੇ ਪ੍ਰੈਸ ਸੈਕਟਰੀ ਦਾ ਕੰਮ ਕੀਤਾ। ਮੈਂ ਰੰਧਾਵਾ ਜੀ ਇਹ ਸਮਝਦਾ, ਜਿਸ ਦਿਨ ਇਹ ਵਾਕਿਆ ਹੋਇਆ ਸਿੱਖਾਂ ਦੇ ਮਾਰਨ ਦਾ ਲਖੀਮਪੁਰ ਖੇੜੀ ਵਿੱਚ, ਉਸ ਦਿਨ ਜੋ ਨੈਸ਼ਨਲ ਮੀਡੀਆ, ਇਹਨੂੰ ਇੱਕ ਮੁੜ ਕੇ ਮੌਕਾ ਮਿਲ ਗਿਆ ਕਿ ਸਿੱਖਾਂ ਦੀ ਮੁੜ ਕੇ ਬਦਨਾਮੀ ਕਰੋ, ਕਿਉਂਕਿ ਜਿਹੜੀ ਉੱਥੇ ਜੀਪ ਸੜੀ, ਬੱਸ ਸੜੀ, ਉਹਨਾਂ 'ਚ 4 ਬੰਦੇ ਹੋਰ ਮਾਰੇ ਗਏ। ਉਹ ਵਾਸ ਬੀਇੰਗ ਹਾਈਲਾਈਟਡ, ਨਾਟ ਦਾ 6 ਬੀਇੰਗ ਕਿਲਡ। ਜੀ ਮੈਂ ਸਰਦਾਰ ਸਾਹਿਬ, ਮੈਂ ਇੱਕ ਵਾਰੀ ਆਪਣੇ ਦੋਸਤਾਂ ਨੂੰ ਇਹ ਦੱਸ ਦਿਆਂ, ਜਿਹੜੇ ਸੁਣਨ ਵਾਲੇ ਵੇਖਣ ਵਾਲੇ, ਸਰਦਾਰ ਸਾਹਿਬ ਨੇ ਮੈਨੂੰ ਗੈਰ ਰਸਮੀ ਗੱਲਬਾਤ ਦੇ ਵਿੱਚ ਕਈ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਇੱਕ ਸਾਜ਼ਿਸ਼, ਇੱਕ ਤਰੀਕਾਕਾਰ ਬਣਾਇਆ ਜਾ ਰਿਹਾ ਸੀਗਾ। ਅੱਗੇ ਯੂਪੀ ਦੀ ਇਲੈਕਸ਼ਨ ਆ ਰਹੀ ਆ, ਔਰ ਅੱਗੇ ਵੀ ਇਤਿਹਾਸ 'ਚ ਇਹੋ ਜਿਹੀਆਂ ਘਟਨਾਵਾਂ ਰਹੀਆਂ ਕਿ ਕਿਸੇ ਵੀ ਇੱਕ ਫਿਰਕੇ ਨੂੰ ਪਕੜ ਲਓ, ਔਰ ਧਰੁਵੀਕਰਨ ਦੀ ਰਾਜਨੀਤੀ ਅਕਸਰ ਇਹੋ ਜਿਹੇ ਮੌਕਿਆਂ ਤੇ ਜਨਮ ਲੈਂਦੀ ਆ, ਔਰ ਇਹ ਰਣਨੀਤੀਕਾਰ ਇਹਨੂੰ ਬੜਾ ਕਾਮਯਾਬ ਮੰਨਦੇ ਆ। ਸੋ ਜੋ ਸਿੱਖਾਂ ਨਾਲ ਵਾਪਰ ਰਿਹਾ ਸੀਗਾ, ਕੁਝ ਐਸਾ ਵਾਪਰਨ ਵਾਲਾ ਸੀ ਕਿ ਇਹ ਇਸ਼ੂ ਵੱਖਰੀ ਤਰ੍ਹਾਂ ਦੀ ਦਿਸ਼ਾ 'ਚ ਜਾ ਸਕਦਾ ਸੀ ਜੇਕਰ ਉੱਥੇ ਕਾਂਗਰਸ ਪਾਰਟੀ ਵੱਲੋਂ ਪ੍ਰਿਯੰਕਾ ਗਾਂਧੀ ਇਨੀਸ਼ੀਏਟ ਨਾ ਕਰਦੀ, ਤਾਂ ਸ਼ਾਇਦ ਇਹ ਇਸ਼ੂ ਕੁਝ ਹੋਰ ਰੰਗ ਲੈ ਜਾਂਦਾ। ਅਸੀਂ ਜੇ ਪਾਰਟੀਆਂ ਨੂੰ ਪਾਸੇ ਰੱਖ ਲਈਏ, ਅਸੀਂ ਇਹ ਵੀ ਭੁੱਲ ਜਾਈਏ ਕਿ ਇੰਦਰਾ ਗਾਂਧੀ ਦੀ ਪੁੱਤਰੀ ਹੈ ਪ੍ਰਿਯੰਕਾ ਗਾਂਧੀ, ਤਾਂ ਇੱਕ ਵਾਰੀ ਸਾਨੂੰ ਇਹ ਸੋਚਣਾ ਬਣਦਾ ਹੈ ਕਿ ਜਿਸ ਤਰ੍ਹਾਂ ਦੀ ਲੜਾਈ ਪ੍ਰਿਯੰਕਾ ਗਾਂਧੀ ਨੇ ਲੜੀ ਹੈ, ਉਹ ਲੜਾਈ ਭਾਵੇਂ ਉਹਨਾਂ ਦੀ ਅਣਸਰ ਦੀ ਲੋੜ ਸੀ ਯੂਪੀ ਦੇ ਵਿੱਚ ਆਪਣੀ ਹੋਂਦ, ਆਪਣੀ ਸ਼ਾਖ ਬਚਾਉਣ ਦੀ, ਦੇਸ਼ ਦੇ ਵਿੱਚ ਗਵਰਨਮੈਂਟ ਦਾ ਵਿਰੋਧ ਕਰਨ ਦੀ ਉਹਨਾਂ ਦੀ ਅਣਸਰ ਦੀ ਲੋੜ ਸੀ, ਪਰ ਇਸ ਸਾਰੇ ਮਾਮਲੇ ਦੇ ਵਿੱਚ, ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸਿੱਖਾਂ ਨੂੰ ਬੈਨੀਫਿਟ ਹੋਇਆ, ਕਮਿਊਨਿਟੀ ਨੂੰ ਹੋਇਆ, ਕਿਸਾਨਾਂ ਨੂੰ ਵੀ ਹੋਇਆ। ਇਹ ਗੱਲ ਤੁਸੀਂ ਮੇਰੇ ਨਾਲ ਜਦੋਂ ਗੈਰ ਰਸਮੀ ਕੀਤੀ ਸੀ, ਤਾਂ ਮੈਂ ਚਾਹੁੰਦਾ ਹੈ ਕਿ ਤੁਸੀਂ ਇੱਕ ਵਾਰੀ ਇਹਨੂੰ ਖੋਲ ਕੇ ਰੱਖੋ। ਲੇਕਿਨ ਸਾਡੀ ਉੱਥੇ ਕਮਜ਼ੋਰੀ ਇੱਕ ਰਹੀ ਕਿ ਜਿਸ ਦਿਨ ਉਹ ਭੋਗ ਵਾਲੇ ਦਿਨ ਪ੍ਰਿਯੰਕਾ ਗਾਂਧੀ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਮੰਚ ਤੋਂ ਸਨਮਾਨਿਤ ਵੀ ਨਹੀਂ ਕੀਤਾ ਗਿਆ, ਬੋਲਣ ਨਹੀਂ ਦਿੱਤਾ ਗਿਆ। ਚਲੋ ਇਹ ਤਾਂ ਸਿਧਾਂਤਕ ਫੈਸਲਾ ਕਿ ਅਸੀਂ ਕਿਸੇ ਸਿਆਸੀ ਧਿਰ ਨੂੰ ਬੋਲਣ ਨਹੀਂ ਦੇਣਾ, ਲੇਕਿਨ ਕਿਸੇ ਨੂੰ ਸਨਮਾਨਿਤ ਤਾਂ ਕੀਤਾ ਜਾ ਸਕਦਾ ਸੀ। ਖੈਰ, ਮੈਨੂੰ ਤੁਸੀਂ ਦੱਸੋ ਕਿਉਂਕਿ ਤੁਹਾਡਾ ਅਨੁਭਵ ਜ਼ਿਆਦਾ। ਦੇਖੋ ਰੰਧਾਵਾ ਜੀ, ਮੈਂ ਇਸ ਵੇਲੇ ਕਿਸੇ ਪਾਰਟੀ 'ਚ ਨਹੀਂ, ਪਰ ਮੇਰਾ ਪਿਛਲਾ ਕੈਰੀਅਰ ਮੈਂ ਪ੍ਰੋ ਅਕਾਲੀ ਔਰ ਪ੍ਰੋ BJP ਰਿਹਾ। ਵਾਜਪਾਈ ਜੀ ਦੀ ਮਿਹਰਬਾਨੀ ਨਾਲ ਮੈਂ ਚੇਅਰਮੈਨ ਮਿਨਾਰਟੀ ਕਮਿਸ਼ਨ ਬਣਿਆ, MP ਬਣਿਆ, ਔਰ ਮੈਂ ਕਦੇ ਕਾਂਗਰਸ ਨਾਲ ਨਹੀਂ ਰਿਹਾ। ਲੇਕਿਨ ਮੈਂ ਸੱਚਾਈ ਬੋਲਣੇ ਬਿਨਾਂ ਰਹਿ ਨਹੀਂ ਸਕਦਾ ਕਿ ਜਦੋਂ ਇਹ ਵਾਕਿਆ ਹੋਇਆ ਤਾਂ 2 ਵੀਡੀਓ ਚੱਲੇ ਪਹਿਲਾਂ ਕਿ ਬੇਗੁਨਾਹ ਹਿੰਦੂ ਮਾਰ ਦਿਏ ਗਏ, ਜੀਪੇ ਜਲਾ ਦੀ, ਖਾਲਿਸਤਾਨੀ ਆ ਗਏ, ਔਰ ਇੱਕ ਨੈਸ਼ਨਲ ਚੈਨਲ ਨੇ ਇਹਦਾ ਦਿਖਾ ਵੀ ਦਿੱਤਾ। ਔਰ ਉਹ ਮੈਨੂੰ ਡਰ ਇਹ ਲੱਗ ਗਿਆ ਦਿੱਲੀ ਬੈਠੇ ਹੋਏ ਕਿ ਮੁੜ ਕੇ 84 ਵਾਲੀ ਗੱਲ ਸ਼ੁਰੂ ਹੋ ਗਈ ਕਿ ਸਿੱਖ ਪੰਜਾਬੋਂ ਬਾਹਰ ਆ ਕੇ ਹਿੰਦੂਆਂ ਤੇ ਹਮਲੇ ਕਰ ਰਹੇ ਹਨ। ਔਰ ਜਦੋਂ ਇਹ ਗੱਲ ਚੱਲ ਰਹੀ ਹੋ ਗਈ ਤਾਂ ਕਿਵੇਂ ਅਚਾਨਕ, ਨਾਓ ਹਾਊ ਇਟ ਹੈਪਨ ਆਈ ਡੋਂਟ ਨੋ,
लेकिन अचानक विद इन हाफ एन आवर सारा इंडिया का मीडिया इस गल ते शुरू हो गया कि प्रियंका गांधी चल पई, उन्होंने पुलिस रोक रही है। सो फोकस ऑफ मीडिया इंस्टेड ऑफ एक्यूजिंग सिखां दे वो उस ते चला गया। सो उस वो एक शील्ड बन गई जिसने कि सारा मीडिया अपने वाल खिंच लिया, और वो मीडिया इतना हो गया कि इंडिया का कोई चैनल रहा नहीं, क्योंकि वो धक्के मार रही थी, पुलिस उन्होंने फड़ रही थी, वो बोल रही थी। वो एक ऐसा सीन क्रिएट हो गया, तुसी न्यूज़मैन हो, न्यूज़ एंकर करते हो कि एक न्यूज़ वाले न्यूज़ चाहिए है। वो प्रियंका दी न्यूज़ ने इसनों इंटरनेशनल बनाता, और वो यक लख ਜਿਹੜੇ सिख बेचारे बेगुनाह मरे उन्होंने हक च आवाज़ उठ पई, और सारा इंडिया का मीडिया प्रियंका नूं बोले वो दिखाण लग गया। उसका की उस रात अरेस्ट हो गई, अरेस्ट हो के उन्हें वो झाड़ू चुक लिया, वो होर न्यूज़ बन गई। सो ये एक दो दिन लगातार जिहड़ी सारी फोकस थी कि वो कहती मैं जा रही हाँ, ये मार दिए वो असी मैं ये समझना अपने जाती तौर पर कि ये जिहड़ा वाकया होया इहदा जो नैगेटिव असर होना सी वो साडे खिलाफ इन्ना वड्डा होना सी कि जिहड़ा यूपी सिख सरदार बैठा उन्हां लई बड़ी मुश्किल होनी सी, पर रब ने बचाया कि प्रियंका आई, उहदे नाल वो जयंत आ गया, अजीत सिंह का लड़का, उन्होंने भी पुलिस ने फड़ लिया। उस तो बाद ममता बैनर्जी दी 2 MPs पहुंच गई, बड़ी वड्डी गल हुई, आप वाला MP पहुंच गया। सो मैं ये समझदा कि जिहड़ी इस वक्त ये सपोर्ट मिली, ये सिख शुड बी ग्रेटफुल। साडे दा रिवाज है मतलब पानी कोई पिलावे तो असीं दुध मोड़ते हैं, सिख ते कदे भुलदा नहीं। एक हा दा नारा मारिया मलेरकोटले वाले ने जदों गुरु महाराज के छोटे साहबजादे चिणे गए, अज तक सिखा ने वो नहीं भुलिया। मलेरकोटला सारा पंजाब असीं खाली करता, मलेरकोटला बचाया, ਉਹਦੇ ਨਾਂ ਦਾ गेट लग्या फतेहगढ़ साहब। साडी ते ट्रेडिशन है, मोती राम मेहरा दुध पिलाया माता नूं, अज की मोती राम मेहरा जी किन्नी पूजा होंदी है फतेहगढ़ साहब, ਉਹਦੀ हवेली मुड़ के बनाई, सिखां दी ट्रेडिशन है। पर मैं हैरान हाँ ਅਸੀਂ इस ट्रेडिशन ਨੂੰ, ਇਹ ठीक है किसान एजुटेशन अपनी थां, लेकिन सिख ट्रेडिशन अपनी थां। मैं ये हैरान हाँ कि जदों भोग पिया, ये भोग सीगा उन्हां जिहड़े बेचारे मरे उन्हां दियां फैमिलीज़, उन्हां नूं सारिआं नूं श्रद्धांजलि देण लई, ये कोई इनू एजीटेशन का रूप दे के मैं समझना एक गलती की। उस वक्त इन्हां चारां नूं, उन्हां सारियां फैमिलीज़ नूं, सारे इलाके नूं आंदर सी, और उस वक्त ये साडा फर्ज बनदा सी कि जिन्हां ने साडी मदद की, जिहड़े मैं नाम लए 5-6, इन्हां सारिआं नूं आनर करदे, कहंदे भरावो औखे वक्त तुसीं साडे लई हाँ नहीं, तुसीं साडे लई लड़ाई लड़ी है, तुसीं किवें उन्हां दुखी हालतां 'च आके प्रियंका किवें आई, असीं अपने नारे लाउण लग गए, नहीं जी असीं तो स्टेज ते नहीं। भाई पॉलिटिक्स कौन करन आया, पॉलिटिक्स असीं कर रहे हैं। जे प्रियंका आ गई ਉਹਦਾ सत्कार तो अनाउंस तो करो, सिरोपा दिओ कि बई तू साडे नाल लड़ी है। वो जयंत बैठा सी, ਉਹਨੂੰ सत्कार करो। जिन्ने बैठे उत्थे मैं हैरान हाँ, कोई सानू इस गल की कदर ही नहीं पाई गई। असीं बई वो सोचदी होनी मैं तो सब डर गई, मैं जाके मुड़िया ही, मैनू स्टेज ते नहीं बैठ दिता, असीं बड़ियां इस गल की मारे वाह वाह वाह, असीं स्टेज ते नहीं बैठ दिता। ये मैं समझना कि गलत तरीका। देखो जिन्हां यूपी के लोगों ने उत्थे रहना, मैं ये नहीं कहता कि यूपी के बहुत लोग अज देखो मेनका उहदा पुत्र वरुण गांधी तुहाडे हक च बोल रहा, ये दोनों बीजेपी के MP हैं, हुण भी बीजेपी च निकले नहीं, तुहाडे हक च बोल रहे। ऐसे होर भी बड़े लोग हैं जिहड़े साडे हक च। मैं ये बेनती करना चाहुंदा, कदे भुलिओ ना, तुहानूं याद होना तुसीं एक प्रोग्राम कीता सी जदों असीं बनाउंदे हां अकाल तख्त तो जिहड़ा हमला होया जून च, मैं उदों भी कहा सी बई जिन्हां लोकां ने अकाल तख्त ते हमले तो बाद पद्म भूषण मोड़े, पद्म श्री मोड़े, पार्लीमेंट चों रिजाइन किया, अफसरां ने नौकरी छड्डी, उन्हां दा भी तो नाम लाओ, उन्होंने भी शुक्रिया करो भी उस औखे समय ये सिख किवें नितर गया है। सानू याद ही नहीं उस गल का। अमरिंदर सिंह बारे मैं क्या कैप्टन भाई उन्हें किवें इस्तीफा दिता, 25 MP होर बैठे रहे, कोई बोलिया नहीं। लेकिन सानू भी असीं भुल जाते हैं, ये रवायत है, जिहड़ी साडियां रवायतां वो रवायतां कायम रखो। और सानू हुण लोड़ है नैशनल लैवल ते। देखो महाराष्ट्र गौरमेंट ने कोई बोलिया साडे चों, एक दिन हड़ताल की है, सारियां पार्टियां साझियां। शिव सेना जिहड़ी कि बीजेपी की जिंद जान है, उन्होंने एक दिन हड़ताल की तुहाडे लई पंजाब। देखो किड्डी वड्डी तुहानूं बाहरले लोग सपोर्ट करते हैं, पर असीं उन्हां दा धन्नवाद भी नहीं करते। ये कह के जी साडे दा जी स्टेज ते पॉलिटिक्स ना होवे। भाईओ पॉलिटिक्स अपनी थां है, लेकिन ये जिहड़ी सिखां नूं लोड़ है। देखो अज शिलांग की हो रहा, शिलांग 100 साल तो बैठे, और ये सारे बेचारे जे कौन ये उत्थे बुलाए गए उस अंग्रेज वक्त, तो उस वक्त छोटा जिहा शहर सी, इन्हां नूं जगह देती गई, वसाते गए।
ਅੱਜ ਕਦੇ ਨਿਕਲੋ, ਕਿਉਂਕਿ ਸ਼ਹਿਰ ਵੱਡਾ ਹੋ ਗਿਆ ਔਰ ਸ਼ਹਿਰ ਉਹ ਜ਼ਮੀਨ ਕੀਮਤੀ ਹੋ ਗਈ। ਮੈਂ ਤਾਂ ਹੈਰਾਨ ਹਾਂ ਕਿੱਡਾ ਵੱਡਾ ਇਸ਼ੂ ਹੈ ਸਾਡੇ ਲਈ ਕਿ ਸਾਡੇ ਭਰਾ ਉੱਥੇ ਕਿਵੇਂ ਨਿਕਲ ਰਹੇ ਆ। ਹੋਰ ਦੇਖੋ ਜੋ ਕਸ਼ਮੀਰ 'ਚ ਹੋ ਰਿਹਾ ਤੁਹਾਡੇ ਸਾਹਮਣੇ ਵੀ ਅਸੀਂ ਅੱਜ ਸਾਰਾ ਮੀਡੀਆ ਇਹ ਕਹਿ ਰਿਹਾ ਜੀ ਪੰਡਤ ਡਰ ਕੇ ਵਾਪਸ ਜਾ ਰਹੇ। ਉਹ ਭਰਾਵੋ ਸਿੱਖ ਦਾ 60,000 ਬੈਠਾ ਹੈ ਜਿਹੜਾ ਨਿਕਲਿਆ ਹੀ ਨਹੀਂ, ਉਹਦਾ ਨਹੀਂ ਕੋਈ ਨਾਂ ਲੈ ਰਿਹਾ ਬਈ ਸਿੱਖ ਜਿਹੜੇ 60-70 ਪਿੰਡਾਂ 'ਚ ਰਹਿੰਦੇ ਨੇ ਉਹ ਨਹੀਂ ਡਰੇ, ਹੁਣ ਵੀ ਬੈਠੇ। ਕਿੱਡੀ ਵੱਡੀ ਗੱਲ ਹੈ। ਮੈਂ ਹੈਰਾਨ ਹਾਂ ਕਿ ਏਡਾ ਵੱਡਾ ਸਾਡੇ ਨਾਲ ਧੱਕਾ ਹੋਇਆ। ਅੱਜ ਤੱਕ ਸਿੱਖਾਂ ਨੂੰ ਉੱਥੇ ਮਿਨੋਰਟੀ ਸਟੇਟਸ ਨਹੀਂ ਮਿਲਿਆ। ਸਾਡੀਆਂ ਤੇ ਬਾਹਰ ਜਿਹੜੀਆਂ ਮੰਗਾਂ ਉਹ ਖੜੀਆਂ, ਅਸੀਂ ਉਹਨਾਂ ਮਗਰ ਜਾਣ ਨੂੰ ਕੋਸ਼ਿਸ਼ ਨਹੀਂ ਕਰਦੇ। ਬੜਾ ਕੁਝ ਲੋਕਾਂ ਨੂੰ ਮਹਾਰਾਸ਼ਟਰ 'ਚ ਕੀ ਹੋਇਆ, ਪਿੱਛੇ ਉਹ ਸਿੱਖ ਫੜੇ ਗਏ, ਅਖੀਰ ਕਿਵੇਂ ਉਹ ਸਰਸਾ ਗਿਆ, ਕਿਵੇਂ ਜਾ ਕੇ ਉਸਦੀ ਸਰਕਾਰ ਦੇ ਹੋਮ ਮਿਨਿਸਟਰ ਨੂੰ ਮਿਲਿਆ, ਉਹਨਾਂ ਨੇ ਉਹ ਸਿੱਖਾਂ ਦੇ ਜਾਣ ਦੀ ਮਸਾਂ ਜ਼ਮਾਨਤ ਹੋਈ। ਵਰਨਾ ਹਜ਼ੂਰ ਸਾਹਿਬ ਉਹ ਸਿੱਖਾਂ ਨੇ ਕਿਵੇਂ ਉਹਨਾਂ ਨਾਲ ਉਦੋਂ ਹੋਇਆ ਤੁਹਾਡੇ ਸਾਹਮਣੇ। ਸੋ ਬੜੇ ਸਾਡੀਆਂ ਪਰ ਸਰਦਾਰ ਸਾਹਿਬ ਸਿੱਖਾਂ ਦੇ ਮਸਲੇ ਉਠਾਵੇ ਕੌਣ? ਹੁਣ ਦੇਖੋ ਬੜਾ ਅਹਿਮ ਸਵਾਲ ਖੜਾ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਹੀ ਕਿ BSF ਨੂੰ 50 ਕਿਲੋਮੀਟਰ ਸਰਹੱਦ ਦੇ ਅੰਦਰ ਤੱਕ ਆਉਣ ਦੀ ਆਗਿਆ ਮਿਲ ਗਈ ਔਰ ਜਿਹੜੇ ਅਖਤਿਆਰਾਤ ਮਿਲੇ ਆ, ਹੁਣ ਮੰਨ ਲਓ ਕਿ ਕੋਈ ਵੱਡੀਆਂ ਸਟੇਟਸ ਨੇ, ਬੰਗਾਲ ਹੋਵੇ, UP ਹੋਵੇ ਜਾਂ ਬਿਹਾਰ, ਕੁਝ ਵੱਡੀਆਂ ਸਟੇਟਸ ਆ ਜਿਨ੍ਹਾਂ ਦੇ ਜਿਹੜੇ ਖੇਤਰਫਲ ਬਹੁਤ ਵੱਡੇ ਆ, ਅਸੀਂ ਉਹਨਾਂ ਨੂੰ ਦੇਖਦੇ ਹਾਂ ਤੇ ਉਹ ਸੈਂਕੜੇ ਕਿਲੋਮੀਟਰ ਤੱਕ ਫੈਲੇ। ਤੇ ਜਿਹੜਾ ਪੰਜਾਬ ਹੈ ਹੀ ਇੰਨਾ ਕੁ, ਇਧਰੋਂ ਸ਼ੁਰੂ ਕਰੋ ਤੇ 50 70 80 100 ਕਿਲੋਮੀਟਰ 'ਚ ਮੁੱਕ ਜਾਂਦਾ। ਇਹਦਾ ਮਤਲਬ ਹੈ ਕਿ ਜੇ ਅਸੀਂ ਪਠਾਨਕੋਟ ਤੋਂ ਲੈ ਕੇ ਜਿਹੜੇ ਆਪਾਂ ਫਾਜ਼ਿਲਕੇ ਤੱਕ, ਅਬੋਹਰ ਤੱਕ ਚਲੇ ਜਾਂਦੇ ਆ ਮੰਨ ਲਓ, ਤੇ ਉੱਥੋਂ ਤੱਕ ਤੇ ਸਾਡਾ 50 ਕਿਲੋਮੀਟਰ ਤਾਂ ਅੱਧਿਓਂ ਵੱਧ ਪੰਜਾਬ ਆ ਜਾਂਦਾ ਜੀ। ਤੇ ਫਿਰ ਜੇਕਰ ਦਖਲਅੰਦਾਜ਼ੀ ਸਿੱਧੇ ਤੌਰ ਤੇ ਕੇਂਦਰ ਦੀ ਹੋ ਜਾਣੀ, ਇਹਨਾਂ ਮੌਕਿਆਂ ਤੇ ਸਾਡੀ ਲੀਡਰਸ਼ਿਪ ਇਕੱਠੀ ਹੋ ਕੇ ਆਵਾਜ਼ ਉਠਾਉਣ ਤੋਂ ਵੀ ਅਸਮਰਥ ਆ। ਅਸੀਂ ਇੱਕ ਦੂਜੇ ਦੀ ਆਲੋਚਨਾ ਕਰਦੇ ਹਾਂ, ਕੌਣ ਉਠਾਊ ਇਹ ਮਸਲੇ ਜੀ? ਸਾਡਾ ਮਰਦਾਵਾ ਜੀ ਬੜਾ ਅੱਛਾ ਪੁਆਇੰਟ ਕਿਹਾ। ਮੈਂ ਤੇ ਇਹ ਕਹਿਣਾ ਚਾਹੁੰਦਾ ਸੀ ਭਰਾਵੋ, ਜਿਹੜੇ ਕਿਸਾਨ ਭਰਾ ਬੜੇ ਤੁਸੀਂ ਲੀਡਰ ਹੋ, ਬੜੀ ਤੁਹਾਡੀ ਤਾਕਤ ਹੈ, ਬੜੀ ਤੁਹਾਡੀ ਸਿਆਣਪ ਹੈ, ਲੇਕਿਨ ਅਸੀਂ ਕਦੇ ਇਹ ਕੋਸ਼ਿਸ਼ ਹੁਣ ਤੱਕ ਨਹੀਂ ਹੋਈ ਕਿ ਇੱਕ ਆਲ ਪਾਰਟੀ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਜਾਵੇ। ਕੋਈ ਮਿਲਿਆ ਅੱਜ ਤੱਕ ਇੱਕ ਮੀਟਿੰਗ ਪ੍ਰਧਾਨ ਮੰਤਰੀ ਨਾਲ ਨਹੀਂ ਹੋਈ ਸਾਡੀ। ਹੁਣ ਪੰਜਾਬ ਦਾ ਇਸ਼ੂ ਹੈ, ਬਜਾਏ ਆਪਣੀ ਲੜਾਈ ਲੜਨ ਦੇ ਇਹ ਜਿਹੜਾ ਤੁਸੀਂ ਇਸ਼ੂ ਲਿਆ BSF ਵਾਲਾ, ਇਹ ਸਾਰੇ ਇਕੱਠੇ ਹੋ ਕੇ ਬਈ ਇਹ ਬੜਾ ਅਨਟਾਈਮਲੀ ਹੈ। ਪੰਜਾਬ ਆਲਰੇਡੀ ਕ੍ਰਾਈਸਿਸ 'ਚ ਲੰਘ ਰਿਹਾ, ਇਸ ਵਿੱਚ ਸਾਡੀ ਕੁੜੱਤਣ ਵਧੇਗੀ। ਅਸੀਂ ਕੁੜੱਤਣ ਨਹੀਂ ਕਰਨਾ ਚਾਹੁੰਦੇ। ਇਹ ਸਾਰੇ ਇਕੱਠੇ ਪ੍ਰਧਾਨ ਮੰਤਰੀ ਕੋਲ ਜਾਣ। ਸਾਡੀ ਕੀ ਹੈ, ਅਸੀਂ ਆਪਣੀ ਲੜਾਈ ਸ਼ੁਰੂ ਕਰ ਦੇਣਾ। ਸੁਖਬੀਰ ਕਹਿੰਦਾ ਮੈਂ ਜੇਲ੍ਹ ਚਲਾ ਗਿਆ, ਫਲਾਣਾ ਕਹਿੰਦਾ ਮੈਂ ਕਰਤਾ। ਭਾਈ ਭਰਾਵੋ, ਆਲ ਪਾਰਟੀ ਡੈਲੀਗੇਸ਼ਨ 20 MP ਹੈ ਪੰਜਾਬ ਦੇ, ਕਿਉਂ ਨਹੀਂ ਇਕੱਠੇ ਹੋ ਗਏ? ਕੋਈ 20 MP ਨੂੰ ਕੋਈ ਰੋਕ ਸਕਦਾ? ਕੱਲ ਕਹਿਣ ਪ੍ਰਧਾਨ ਮੰਤਰੀ ਜੀ ਸੀ ਮਿਲਣਾ, ਉਹਦਾ ਬਿਆਨ ਕੋਈ ਰੋਕਦਾ? ਕੋਈ ਅੱਜ ਤੱਕ ਪੰਜਾਬ ਦੇ MP ਇਕੱਠੇ ਹੋ ਕੇ ਨਹੀਂ ਗਏ। ਇਹ ਇਹਨਾਂ ਜ਼ਿਮੀਂਦਾਰਾਂ ਦੇ ਜਿਹੜਾ ਕਿ ਕਿਸਾਨ ਸੰਘਰਸ਼ ਲਈ 20 ਦੇ 20 MP ਕਿਉਂ ਨਹੀਂ ਜਾਂਦੇ? ਕੋਈ ਮੇਰਾ ਮਤਲਬ ਹੈ ਕਿ ਅਸੀਂ ਅਪਰੋਚ ਹੀ ਨਹੀਂ ਕਰਦੇ। ਅਸੀਂ ਇੱਕੋ ਕਹਿੰਦੇ ਹਾਂ ਜੀ ਬਸ ਅਸੀਂ ਤਾਂ ਇਹ ਕਰਨਾ। ਬਾਕੀ ਮੈਂ ਅਖੀਰ 'ਚ ਗੱਲ ਕਹਿ ਕੇ ਦੂਰ ਬਸ ਕਰਨਾ ਕਿ ਅੱਜ ਮੈਂ ਦਿੱਲੀ ਰਹਿੰਦਾ, ਜੋ ਪੰਜਾਬ ਵਿੱਚ ਮੈਂ ਰੋਜ਼ ਦੇਖ ਰਿਹਾ ਕਿ ਇੱਦਾਂ ਲੱਗਦਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਖਤਮ ਹੈ। ਹਰ ਰੋਜ਼ ਸੜਕ ਬੰਦ, ਹਰ ਰੋਜ਼। ਮੈਂ ਕੱਲ ਦੇਖਿਆ ਜੀ DC ਨੂੰ ਰੋਕ ਲਿਆ, ਬੜੀ ਵੱਡੀ ਮਾਰੀ। 6 ਘੰਟੇ DC ਡੱਕ ਲਿਆ। ਕਿਉਂ? ਕਿ DC ਨੇ ਇੱਕ ਕਿਸਾਨ ਜਿਹੜਾ ਮਰਿਆ ਜੀ, ਉਹ ਸ਼ਹੀਦ ਹੈ, ਉਹਦੇ ਪੇਮੈਂਟ ਕਰੇ। ਦੱਸੋ ਵੀ DC ਨੇ ਪੈਸੇ ਮੰਗਾਉਣੇ ਚੰਡੀਗੜ੍ਹੋਂ, ਆਰਡਰ ਸਰਕਾਰ ਕਰਦੀ ਹੈ। 6 ਘੰਟੇ DC ਕੈਦ ਹੈ। ਅਸੀਂ ਕੀ ਦਿਖਾ ਰਹੇ ਹਾਂ? ਹਰ ਰੋਜ਼ ਬੰਦ ਹੈ। ਕੇਜਰੀਵਾਲ ਗਿਆ, ਉਹਦੇ ਖਿਲਾਫ ਮੁਜ਼ਾਹਰਾ, ਸੁਖਬੀਰ ਦੇ ਖਿਲਾਫ ਮੁਜ਼ਾਹਰਾ, ਚੰਨੀ ਦੇ ਖਿਲਾਫ ਮੁਜ਼ਾਹਰਾ, ਸਿੱਧੂ ਦੇ ਖਿਲਾਫ ਮੁਜ਼ਾਹਰਾ, MLA ਨੂੰ ਵੜਨ ਨਾ ਦਿਓ। ਇਹ ਆਪਾਂ ਕਿੱਧਰ ਨੂੰ ਲਿਜਾ ਰਹੇ ਹਾਂ? ਪੰਜਾਬ ਭਰਾਵੋ, ਪੰਜਾਬ ਵਸਣਾ ਹੈ, ਪੰਜਾਬ ਨੂੰ ਲੋੜਾਂ ਹੈ, ਪੰਜਾਬ ਨੂੰ ਇੰਡਸਟਰੀ ਆਉਣੀ ਹੈ, ਅਨਐਮਪਲਾਇਮੈਂਟ ਹੈ, ਇਕਾਨਮੀ ਖਤਮ ਹੈ, ਬੜਾ ਕੁਝ ਲੋੜ ਹੈ। ਇਹ ਸਾਰੇ ਇਕੱਠੇ ਹੋ ਕੇ ਇਹ ਵੀ ਸੋਚਿਆ ਕਰੋ, ਇਕੱਲੇ ਇਹ ਨਾ ਸੋਚੋ। ਠੀਕ ਹੈ, ਜੋ ਤੁਹਾਡੀ ਜਿਹੜਾ ਵਿਊ ਪੁਆਇੰਟ ਹੈ, ਤੁਹਾਡੀਆਂ ਡਿਮਾਂਡ ਦੇ ਤੁਹਾਡੇ ਨਾਲ ਹੈ ਸਾਰਾ ਪੰਜਾਬ, ਪਰ ਪੰਜਾਬ ਨੂੰ ਹੋਰ ਖਰਾਬ ਨਾ ਕਰੋ। ਪੰਜਾਬ ਦੀ ਅਕਸ ਜਿਹੜੀ ਹਿੰਦੁਸਤਾਨ 'ਚ ਬਣੀਆਂ ਉਹਨੂੰ ਕਾਇਮ ਰਹਿਣ ਦਿਓ। ਨਹੀਂ ਸਰਦਾਰ ਸਾਹਿਬ, ਉਹ ਠੀਕ ਹੈ, ਉਹ ਤੁਹਾਡੀ ਗੱਲ ਠੀਕ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਕਿ ਜਿਹੜੇ ਸਾਲ ਹੋ ਗਿਆ ਬਾਰਡਰਸ ਤੇ ਬੈਠੇ ਆ, ਉਹਨਾਂ ਦੇ ਤੇ ਉਹਨਾਂ ਦੇ ਵਾਰਸਾਂ ਦੇ ਪਿੱਛੇ ਫਿਕਰ ਵੀ ਵੱਡੇ ਆ। ਜਦੋਂ ਉਹ ਅੰਦੋਲਨ ਕਰਦੇ ਆ ਜਾਂ ਗੁੱਸਾ ਦਿਖਾਉਂਦੇ ਆ, ਉਹ ਜਾਇਜ਼ ਮੰਨਿਆ ਜਾਂਦਾ ਹੈ। ਪਰ ਇਹਦੇ ਵਿੱਚ ਲੀਡਰਸ਼ਿਪ ਨੇ ਵੀ ਇਹ ਦੇਖਣਾ, ਕਿਸਾਨੀ ਲੀਡਰਸ਼ਿਪ ਨੇ ਉਹ ਦੇਖਣਾ ਬਣਦਾ ਹੈ ਕਿ ਲੜਾਈ ਸਾਰੀ ਦੀ ਸਾਰੀ ਕੇਂਦਰ ਨਾਲ ਹੈ, ਲੇਕਿਨ ਇਸੇ ਦੌਰ ਦੇ ਵਿੱਚ ਸਟੇਟ ਇੱਕ ਤਰ੍ਹਾਂ ਨਾਲ ਬੰਦ ਹੋ ਕੇ ਰਹਿ ਗਈ। ਸਟੇਟ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਤੁਸੀਂ ਠੀਕ ਕਹਿ ਰਹੇ ਹੋ। ਜੇਕਰ ਇਸ ਮਾਮਲੇ ਦੇ ਵਿੱਚ ਕੁਝ ਸਿਆਣੀਆਂ ਧਿਰਾਂ ਬਹਿ ਕੇ ਫੈਸਲੇ ਕਰਨ, ਜਿਵੇਂ ਪਿੱਛੇ ਕਿਸਾਨਾਂ ਨੇ ਸਿਆਸਤ ਪੂਰੀ ਤਰ੍ਹਾਂ ਥੰਮਤੀ, ਇਹ ਕਹਿਤਾ ਕਿ ਨਹੀਂ ਸਿਆਸੀ ਸਰਗਰਮੀ ਉਹਨਾਂ ਚਿਰ ਨਹੀਂ ਜਿੰਨਾ ਚਿਰ ਕਿਸਾਨੀ ਮਸਲੇ ਹੱਲ ਨਹੀਂ ਹੁੰਦੇ। ਸਾਰਾ ਸੇਕ ਪੰਜਾਬ ਚੱਲ ਰਿਹਾ ਔਰ ਲੜਾਈ ਸਾਰੀ ਕੇਂਦਰ ਨਾਲ ਹੈ। ਸਾਰਾ ਪੰਜਾਬ ਕਿਸਾਨਾਂ ਦੇ ਨਾਲ ਆ, ਲੇਕਿਨ ਸਵਾਲ ਇਹ ਹੈ ਕਿ ਉਹ ਲੋਕ ਜਿਨ੍ਹਾਂ ਦੇ ਆਪਣੇ ਰਿਸ਼ਤੇਦਾਰ, ਪਰਿਵਾਰਕ ਮੈਂਬਰ
ਵਿਆਹਾਂ ਸ਼ਾਦੀਆਂ ਤੋਂ ਲੈ ਕੇ ਐਂਬੂਲੈਂਸਾਂ ਤੱਕ ਕਿਸ ਵੇਲੇ ਪੰਗੇ 'ਚ ਆ ਜਾਂਦੇ ਆ, ਉਹਨਾਂ ਦੇ ਉੱਤੇ ਕਿਸਾਨ ਲੀਡਰਾਂ ਨੂੰ ਥੋੜਾ ਜਿਹਾ ਤਹੱਮਲ ਨਾਲ ਸੋਚਣ ਦੀ ਲੋੜ ਆ ਕਿ ਇਹ ਹਮਦਰਦੀ ਕਿਤੇ ਉਲਟੀ ਨਾ ਪਵੇ। ਕੱਲ ਨੂੰ ਬਹੁਤ ਸਾਰੇ ਲੋਕ ਇਸ ਖਿਆਲ ਦੇ ਵੀ ਹੋ ਸਕਦੇ ਆ ਕਿ ਹਰ ਦਿਨ ਕੋਈ ਚੰਡੀਗੜ੍ਹ ਨੂੰ ਜਾ ਰਿਹਾ, ਕੋਈ ਕਿਸੇ ਰਸਤੇ ਤੇ ਜਾ ਰਿਹਾ, ਤੇ ਉਹ 5-5 7-7 10 ਘੰਟੇ ਲਈ ਬਲੌਕ ਹੋ ਕੇ ਰਹਿ ਜਾਂਦਾ। ਇਹਦੇ ਨਾਲ ਨੈਗੇਟਿਵਿਟੀ ਵੀ ਫੈਲਦੀ। ਤੁਸੀਂ ਠੀਕ ਕਹਿ ਰਹੇ ਹੋ, ਲੇਕਿਨ ਇਹਨਾਂ ਚੀਜ਼ਾਂ ਦਾ ਹੱਲ ਵੀ ਕੀ ਆ ਜੀ? ਕੋਈ ਇਕੱਠੇ ਤੌਰ ਤੇ ਕਿਸਾਨ ਲੀਡਰਾਂ ਤੱਕ ਪਹੁੰਚ ਵੀ ਤਾਂ ਨਹੀਂ ਕਰਦਾ ਕਿ ਕੋਈ ਇਹਦਾ ਵਿਚਲਾ ਰਸਤਾ ਵੀ ਕੱਢੀਏ। ਕਿਸਾਨ ਭਰਾਵਾਂ ਨੂੰ ਰੰਧਾਵਾ ਜੀ ਤੁਹਾਡੀ ਸੁਣਦੇ ਮੈਂ ਤਾਂ ਨਾ ਕੋਈ ਮਿਲਦਾ ਨਾ ਕਰਦਾ, ਮੈਂ ਬੜਾ ਕਲੀਅਰ ਹਾਂ ਕਿ ਕਿਸਾਨ ਭਰਾਵੋ 20 ਦੇ 20 ਪੰਜਾਬ ਦੇ ਐਮਪੀਆਂ ਨੂੰ ਭੇਜੋ, ਕਹੋ ਕਰੋ, ਕੋਈ ਇਹਨਾਂ ਨੂੰ ਕਹਿ ਦਿਓ ਵੀ ਕੀ ਕਰਦੇ ਆ। ਕੋਈ ਦੇਖੋ ਸਾਲ ਹੋ ਗਿਆ, ਅਸੀਂ ਆਪਣੀ ਥਾਂ ਖੜੇ ਆ। ਸਵਾਲ ਇਹ ਆ ਹੁਣ ਸੁਪਰੀਮ ਕੋਰਟ ਨੇ ਵੀ ਕੀ ਕਿਹਾ, ਕੇਸ ਲੱਗਿਆ, ਕੀ ਕਹਿੰਦੇ ਨੇ, ਸੜਕਾਂ ਨਾ ਰੋਕੋ। ਸੁਪਰੀਮ ਕੋਰਟ ਕਹਿੰਦੀ ਹੈ ਅਸੀਂ ਜਦ ਡਿਸੀਜਨ ਲੈਣਾ ਤੁਸੀਂ ਕਿਉਂ ਕਰਦੇ ਹੋ। ਸੋ ਕਈ ਗੱਲਾਂ ਹਿੰਦੁਸਤਾਨ 'ਚ ਹੋ ਰਹੀਆਂ, ਅਸੀਂ ਉਹਨਾਂ ਨੂੰ ਵਾਚ ਕਰੀਏ, ਆਪਣੀ ਪੱਖ ਨੂੰ ਰੱਖਣ ਲਈ ਹੋਰ ਅੱਗੇ ਕੀ ਕਰਨਾ ਉਹਦੇ ਲਈ ਸੋਚੀਏ, ਤੇ ਇਹ ਜਿਹੜੇ ਕਨਸਟੀਟਿਊਸ਼ਨਲ ਰਸਤੇ ਇਹਨਾਂ ਨੂੰ ਬਲਾਕ ਨਾ ਕਰੀਏ, ਇਹਨਾਂ ਨੂੰ ਵਰਤੀਏ। ਔਰ ਸਾਰੀਆਂ ਪਾਰਟੀਆਂ ਦੇ ਐਮਪੀ ਦੇਖੋ, ਪੰਜਾਬ 'ਚ ਹਰ ਪਾਰਟੀ ਦਾ ਐਮਪੀ ਹੈ, ਇੱਕ ਮੀਟਿੰਗ ਕਰੋ, ਆਪ ਹੀ ਭੇਜੋ। ਔਰ ਜਿੰਨੇ ਇਸ਼ੂ ਆਪਣਾ ਕਿਹੜਾ ਬੰਦਾ ਨਾ ਕਰੇਗਾ ਜੀ ਇਹਨਾਂ ਨੂੰ ਜਾ ਕੇ। ਤਾਂ ਮੇਰੀ ਤੇ ਬੇਨਤੀ ਹੈ ਕਿ ਜੋ ਵੀ ਸਿਚੁਏਸ਼ਨ ਪੰਜਾਬ ਦੀ ਹੈ ਉਹਨੂੰ ਵੇਖੋ, ਸਿੱਖ ਇਤਿਹਾਸ ਨੂੰ ਵੇਖੋ, ਸਿੱਖਾਂ ਦੀ ਪਰੰਪਰਾ ਨੂੰ ਦੇਖੋ, ਇਹਨੂੰ ਨਾ ਭੁੱਲੋ। ਬਸ ਮੇਰੀ ਤੁਹਾਡੇ ਰਾਹੀਂ ਜੋ ਤੁਹਾਡਾ ਬਹੁਤ ਸ਼ੁਕਰੀਆ, ਬੜਾ ਪੋਜ਼ਿਟਿਵ ਪੁਆਇੰਟ ਲਈ ਮੈਂ ਤੁਸੀਂ ਇਹ ਟਾਈਮ ਦਿੱਤਾ, ਤੇ ਕੋਈ ਗਲਤ ਹੋਵੇ ਤਾਂ ਮੈਂ ਮਾਫੀ ਮੰਗਦਾ। ਸਾਡੀ ਭਾਵਨਾ ਇਹ ਹੈ ਕਿ ਪੰਜਾਬ ਵਿੱਚ ਅਮਨ ਅਮਾਨ ਰਵੇ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਮੰਨੀਆਂ ਜਾਣ, ਪਰ ਮੰਗਾਂ ਮਨਾਉਣ ਲਈ ਵੀ ਜਿਹੜੇ ਕਨਸਟੀਟਿਊਸ਼ਨਲ ਰਸਤੇ ਨੇ ਉਹ ਜ਼ਰੂਰ ਅਖਤਿਆਰ ਕੀਤੇ। ਸਰਦਾਰ ਸਾਹਿਬ ਬਹੁਤ ਮਿਹਰਬਾਨੀ। ਇਹਦੇ 'ਚ ਇੱਕ ਪੁਆਇੰਟ ਜਿਹੜਾ ਤੁਸੀਂ ਜਾਂਦੇ ਜਾਂਦੇ ਉਠਾ ਗਏ, ਮੈਂ ਕਲੈਰਿਟੀ ਥੋੜੀ ਚਾਹੁੰਦਾ ਹੈ ਜਾਂ ਕਰ ਦਿੰਦਾ ਆਪ ਹੀ। ਸਵਾਲ ਤਾਂ ਇੰਨਾ ਹੈ ਕਿ ਮਾਣਯੋਗ ਸੁਪਰੀਮ ਕੋਰਟ, ਅਪੈਕਸ ਕੋਰਟ ਜਦੋਂ ਇਹ ਕਹਿੰਦੇ ਆ ਕਿ ਰਸਤੇ ਰੋਕਣੇ ਜਾਂ ਬਾਕੀ ਚੀਜ਼ਾਂ, ਤਾਂ ਉਹਨਾਂ ਨੂੰ ਬੇਨਤੀ ਆ ਅਧੀਨਗੀ ਨਾਲ, ਕਿਉਂਕਿ ਅਸੀਂ ਕੋਈ ਹੱਕ ਨਹੀਂ ਰੱਖਦੇ ਆਲੋਚਨਾ ਦਾ, ਸਿਰਫ ਬੇਨਤੀ ਕਰ ਸਕਦੇ ਆ ਕਿ ਜਿਹੜੇ ਕਾਨੂੰਨ ਬਣਾਏ ਗਏ ਆ ਕਿ ਉਹ ਸੰਵਿਧਾਨਕ ਤੌਰ ਤੇ ਜਾਇਜ਼ ਸੀ, ਕਿ ਕੇਂਦਰ ਸਰਕਾਰ ਸਟੇਟ ਦੇ ਹੱਕ ਨੂੰ ਕਿਤੇ ਮਾਰਤਾ ਨਹੀਂ ਸੀ ਰਹੀ। ਇਹਦੇ ਉੱਤੇ ਵੀ ਮਾਣਯੋਗ ਸੁਪਰੀਮ ਕੋਰਟ ਨੂੰ ਫੈਸਲਾ ਦੇ ਦੇਣਾ ਚਾਹੀਦਾ ਕਿ ਕਾਨੂੰਨ ਬਣਾਉਣ ਵੇਲੇ ਜਿਹੜੀ ਕੇਂਦਰ ਦੀ ਸਰਕਾਰ ਆ, ਕਿਤੇ ਉਹਨੇ ਸੂਬਿਆਂ ਨਾਲ ਜ਼ਿਆਦਤੀ ਤਾਂ ਨਹੀਂ ਕੀਤੀ, ਕਿ ਉਹਨੇ ਸਟੇਟ ਦੇ ਸਬਜੈਕਟ ਨੂੰ ਹੱਥ 'ਚ ਤਾਂ ਨਹੀਂ ਲਿਆ। ਸੋ ਜਦੋਂ ਇਹ ਫੈਸਲਾ ਕਰ ਦੇਣ ਤਾਂ ਫਿਰ ਉਸ ਤੋਂ ਬਾਅਦ ਅਗਲੀ ਗੱਲ ਆਸਾਨ ਹੋ ਜਾਂਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।